ਹੈਲੋ ਸਟੂਡੈਂਟਸ, ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਆਪਣੀ ਕਲਾਸ 10th। ਚੈਪਟਰ ਹੈ ਸਾਡਾ 8th, ਜਿਸ ਦਾ ਨਾਂ ਹੈ ਟ੍ਰਿਗੋਨੋਮੈਟਰੀ ਜਾਂ ਟ੍ਰਿਗਨੋਮੈਟਰੀ ਬੋਲਦੇ ਹਾਂ ਅਸੀਂ। ਤਿਕੋਣਮਿਤੀ ਪੰਜਾਬੀ 'ਚ ਕਹਾਂਗੇ, ਜਿਸ ਦੀ ਅਸੀਂ ਇੰਟਰੋਡਕਸ਼ਨ ਕਰਾਂਗੇ, ਜਾਣ ਪਛਾਣ ਬਾਰੇ ਜਾਣਾਂਗੇ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਤਿਕੋਣਮਿਤੀ ਕੀ ਹੈ ਜਾਂ ਟ੍ਰਿਗੋਨੋਮੈਟਰੀ ਕੀ ਹੈ। ਸਾਡੇ ਕੋਲ ਤ੍ਰੈਭੁਜ ਦੀਆਂ ਭੁਜਾਵਾਂ ਅਤੇ ਕੋਣਾਂ ਵਿੱਚ ਸੰਬੰਧ ਦਾ ਅਧਿਐਨ। ਸੋ ਇਹ ਸਾਨੂੰ ਕੀ ਦੱਸਦੀ ਹੈ ਕਿ ਤ੍ਰੈਭੁਜ ਦੀਆਂ ਕੋਣਾਂ ਅਤੇ ਉਸ ਦੀਆਂ ਭੁਜਾਵਾਂ ਦੇ ਵਿੱਚ ਕੀ ਸੰਬੰਧ ਹੁੰਦਾ ਹੈ। ਇਟ ਡਿਸਕ੍ਰਾਈਬ ਦਾ ਰਿਲੇਸ਼ਨਸ਼ਿਪ ਬਿਟਵੀਨ ਸਾਈਡਸ ਆਫ ਟ੍ਰਾਇੰਗਲ ਐਂਡ ਇਟ ਇਜ਼ ਐਂਗਲਸ। ਸੋ ਇਸ ਤੋਂ ਬਾਅਦ ਦੇਖੋ ਸਾਡੇ ਕੋਲ ਜਿਹੜਾ ਟ੍ਰਿਗਨੋਮੈਟਰੀ ਹੈ, ਸਾਡੇ ਕੋਲ ਤਿੰਨ ਵਰਡਸ ਤੋਂ ਸਾਡੇ ਕੋਲ ਜੋੜ ਕੇ ਜਿਹੜਾ ਕਿ ਬਣਦਾ ਹੈ, ਜਿਸ 'ਚ ਆਉਂਦਾ ਸਾਡਾ TRI, ਫਿਰ ਆ ਗਿਆ ਸਾਡਾ ਗੋਨ, ਫਿਰ ਆ ਗਿਆ ਮੈਟਰੋ। ਸੋ ਮੈਟਰੀ ਤੋਂ ਅਸੀਂ ਲਿਖਿਆ ਪਹਿਲਾਂ ਮੈਟਰਨ, ਠੀਕ ਹੈ। ਸੋ ਇਸ ਦਾ ਮਤਲਬ ਹੋ ਗਿਆ ਸਾਡਾ ਤਿੰਨ, ਇਸ ਦਾ ਮਤਲਬ ਹੋ ਗਿਆ ਸਾਡੇ ਕੋਲ ਸਾਈਡਸ, ਅਤੇ ਮੈਟਰਨ ਦਾ ਮਤਲਬ ਹੋ ਗਿਆ ਮੈਜਰ, RES। ਸੋ ਤੇ 3 ਦਾ ਮਤਲਬ ਅਸੀਂ ਲਿਖਿਆ ਤਿੰਨ ਭੁਜਾਵਾਂ, ਇੱਥੇ ਕੀ ਹੋਇਆ ਸਾਡਾ ਮਾਪਣਾ ਜਾਂ ਮਾਪ। ਸੋ ਤਿੰਨ ਭੁਜਾਵਾਂ ਦਾ ਮਾਪ ਜਿਹੜਾ ਹੈ ਸਾਡੇ ਕੋਲ, ਉਹ ਹੈ ਸਾਡੀ ਟ੍ਰਿਗੋਨੋਮੈਟਰੀ। ਸੋ ਇਸ 'ਤੇ ਅਸੀਂ ਹੁਣ ਸਟੈਪ ਵਾਈਜ਼ ਇੱਕ ਇੱਕ ਕੰਸੈਪਟ ਬਾਰੇ ਜਿਹੜੀ ਕਿ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਇਸ ਦੇ ਵਿੱਚ ਆਏਗੀ ਇੱਕ ਤ੍ਰੈਭੁਜ। ਜਿਸ ਤਰ੍ਹਾਂ ਇਸ ਤ੍ਰੈਭੁਜ ਦਿੱਤੀ ਗਈ ਹੈ ਸਾਡੇ ਕੋਲ। ਸੋ ਅਸੀਂ ਇੱਕ ਟਰਾਇੰਗਲ ਜਿਹੜੀ ਲੈਂਦੇ ਹਾਂ। ਸੋ ਟਰਾਇੰਗਲ ਅਸੀਂ ਲੈਣੀ ਹੈ ਇਸ ਦੇ ਵਿੱਚ ਰਾਈਟ ਐਂਗਲ ਟਰਾਇੰਗਲ, ਸਮਕੋਣ ਤਿਕੋਣ, ਜਿਸ ਨੂੰ ਅਸੀਂ ਬੋਲਦੇ ਹਾਂ ਰਾਈਟ ਐਂਗਲ ਟਰਾਇੰਗਲ। ਸੋ ਇੱਕ ਰਾਈਟ ਐਂਗਲ ਟਰਾਇੰਗਲ ਬਣਾਉਂਦੇ ਹਾਂ ਅਸੀਂ। ਇਹ ਆ ਜਾਂਦੀ ਹੈ ਸਾਡੇ ਕੋਲ ਇੱਕ ਰਾਈਟ ਐਂਗਲ ਟਰਾਇੰਗਲ, ਅਤੇ ਇੱਥੇ ਸਾਡੇ ਕੋਲ ਇੱਕ ਰਾਈਟ ਐਂਗਲ ਆਉਂਦਾ ਹੈ ਜੋ ਹੈ ਸਾਡਾ 90 ਡਿਗਰੀ, ਕਿਉਂਕਿ ਸਾਨੂੰ ਪਤਾ ਕਿਹੜਾ ਰਾਈਟ ਐਂਗਲ ਹੁੰਦਾ ਜਾਂ ਸਮਕੋਣ ਹੁੰਦਾ, ਉਹ 90 ਡਿਗਰੀ ਦਾ ਹੁੰਦਾ ਹੈ। ਸੋ ਇਸ ਦੇ ਵਿੱਚ ਸਾਡੇ ਕੋਲ ਤਿੰਨ ਸਾਈਡਸ ਹਨ ਸਾਡੀਆਂ। ਇੱਕ ਸਾਡੇ ਕੋਲ A, B ਅਤੇ C। ਸੋ ਐਂਗਲ B ਹੈ ਜਿਹੜਾ ਸਾਡੇ ਕੋਲ, ਉਹ ਹੈ ਸਾਡਾ 90 ਡਿਗਰੀ ਦਾ ਐਂਗਲ। ਹੁਣ ਇਸ ਦੇ ਵਿੱਚ ਅਸੀਂ ਪਾਈਥਾਗੋਰ ਦਾ ਕੰਸੈਪਟ ਜਿਹੜਾ ਹੈ ਅਸੀਂ ਉਹ ਡਿਸਕਸ ਕਰਾਂਗੇ ਥੋੜ੍ਹਾ ਜਿਹਾ। ਸਿਰਫ ਅਸੀਂ ਇਹਨਾਂ ਸਾਈਡਸ ਦੇ ਨਾਮ ਕੀ ਹੁੰਦੇ ਹਨ ਅਸੀਂ ਉਹ ਲੈਣੇ ਹਨ। ਜਿਸ ਤਰ੍ਹਾਂ ਪਾਈਥਾਗੋਰ ਥਿਊਰਮ ਦੇ ਵਿੱਚ ਸਾਡੇ ਕੋਲ ਕੀ ਹੁੰਦਾ ਹੈ, ਪਰਪੈਂਡੀਕੂਲਰ ਹੁੰਦਾ ਹੈ, ਪਰਪੈਂਡੀਕੂਲਰ, ਜਿਸ ਨੂੰ ਅਸੀਂ ਕੀ ਬੋਲ ਦਿੰਦੇ ਹਾਂ ਲੰਬ। ਫਿਰ ਸਾਡਾ ਆਉਂਦਾ ਹੈ ਬੇਸ, ਜਿਸ ਨੂੰ ਅਸੀਂ ਕਹਿੰਦੇ ਹਾਂ ਆਧਾਰ, ਅਤੇ ਫਿਰ ਆਉਂਦਾ ਹੈ ਸਾਡਾ ਹਾਈਪੋਟੀਨਿਊਜ਼, TENUSE, ਜਿਸ ਨੂੰ ਅਸੀਂ ਬੋਲਦੇ ਹਾਂ ਕਾਰਨ। ਸੋ ਇਸ ਦੀ ਅਸੀਂ ਗੱਲ ਕਰੀਏ ਤਾਂ ਇਹਨੂੰ ਅਸੀਂ ਸ਼ਾਰਟ 'ਚ ਲਿਖ ਦਿੰਦੇ ਹਾਂ P ਲਿਖਦੇ ਹਾਂ, ਇਸ ਨੂੰ ਅਸੀਂ ਲਿਖਦੇ ਹਾਂ B, ਅਤੇ ਇਸ ਨੂੰ ਅਸੀਂ ਲਿਖਦੇ ਹਾਂ H। ਹੁਣ ਇਸ ਤ੍ਰੈਭੁਜ ਦੇ ਵਿੱਚ ਸਾਡੇ ਕੋਲ P ਵੀ ਹੁੰਦੀ ਹੈ, B ਵੀ ਹੁੰਦਾ ਹੈ, ਅਤੇ H ਵੀ ਹੁੰਦਾ ਹੈ। ਸੋ ਕਿਹੜੀ ਭੁਜਾ ਨੂੰ ਅਸੀਂ P ਬੋਲਦੇ ਹਾਂ, ਕਿਹਨੂੰ B ਬੋਲਦੇ, ਕਿਹਨੂੰ H ਬੋਲਦੇ ਹਾਂ, ਅਸੀਂ ਉਹ ਡਿਸਕਸ ਕਰਾਂਗੇ। ਸੋ ਲਿਖਦੇ ਹਾਂ ਅਸੀਂ ਆਪੋਜ਼ਿਟ ਸਾਈਡ ਆਫ ਰਾਈਟ ਐਂਗਲ। ਸੋ ਰਾਈਟ ਐਂਗਲ ਦਾ ਮਤਲਬ 90 ਡਿਗਰੀ। ਸੋ 90 ਡਿਗਰੀ ਦੇ ਕੋਣ ਦੇ ਓਪੋਜ਼ਿਟ ਸਾਈਡ ਜਿਹੜੀ ਹੈ ਜਾਂ ਸਨਮੁਖ ਭੁਜਾ ਜਿਹੜੀ ਹੁੰਦੀ ਹੈ, ਉਹ ਸਾਡੇ ਕੋਲ ਕੀ ਹੁੰਦੀ, ਸਾਡਾ H, ਜਾਂ ਜਿਸ ਨੂੰ ਅਸੀਂ ਕਾਰਨ ਜਾਂ ਹਾਈਪੋਟੀਨਿਊਜ਼ ਕਹਿੰਦੇ ਹਾਂ। ਸੋ ਇੱਥੇ ਸਾਡੇ ਕੋਲ ਦੇਖੋ ਹੁਣ 90 ਡਿਗਰੀ ਦਾ ਕੋਣ ਜਿਹੜਾ ਸਾਡੇ ਕੋਲ B 'ਤੇ ਬਣ ਰਿਹਾ ਹੈ। ਸੋ B ਦੇ ਓਪੋਜ਼ਿਟ ਸਾਈਡ ਹੈ ਸਾਡੇ ਕੋਲ AC। ਸੋ ਇਹਦਾ ਮਤਲਬ ਇਹ ਸਾਡੇ ਕੋਲ ਹੋ ਗਿਆ H ਹੋ ਗਿਆ। ਸੋ ਜਿਹੜਾ ਸਾਡੇ ਕੋਲ ਹੈ ਅਸੀਂ ਲਿਖਦੇ ਹਾਂ AC। ਸੋ ਇਸ ਤੋਂ ਬਾਅਦ ਸਾਡੇ ਕੋਲ ਹੈ opposite side of theta। ਹੁਣ ਥੀਟਾ ਜਾਂ ਅਸੀਂ ਇੱਥੇ ਲਿਖ ਲਈਏ, ਜਾਂ ਜਿੱਥੇ ਵੀ ਸਾਡੇ ਕੋਲ ਗਿਵਨ ਐਂਗਲ ਹੁੰਦਾ ਹੈ ਕੋਈ। ਸੋ ਥੀਟਾ ਸਾਡੇ ਕੋਲ ਇੱਕ ਗ੍ਰੀਕ ਲੈਟਰ ਹੁੰਦਾ ਹੈ ਸਾਡੇ ਕੋਲ, ਜਿਸ ਦਾ ਮਤਲਬ ਅਸੀਂ ਐਂਗਲ ਲੈ ਕੇ ਚੱਲਦੇ ਹਾਂ ਇੱਕ ਸਾਡਾ। ਮੰਨ ਲਓ ਕਿ ਸਾਡਾ ਕੋਈ ਜਿਹੜਾ ਐਂਗਲ ਹੈ ਉਹ ਕਿੱਥੇ ਆਉਂਦਾ, ਸਾਡੇ ਕੋਲ A 'ਤੇ ਬਣਦਾ ਹੈ। ਸੋ ਇਹ ਹੈ ਸਾਡਾ ਥੀਟਾ ਐਂਗਲ। ਸੋ ਓਪੋਜ਼ਿਟ ਸਾਈਡ ਆਫ ਥੀਟਾ ਸਾਡੇ ਕੋਲ ਜਿਹੜੀ ਹੁੰਦੀ ਹੈ ਉਸਨੂੰ ਅਸੀਂ ਬੋਲਦੇ ਹਾਂ P, ਪਰਪੈਂਡੀਕੂਲਰ। ਸੋ ਸਾਡੇ ਇਸ ਕੁਐਸਚਨ ਦੇ ਵਿੱਚ ਸਾਡੇ ਕੋਲ ਜਿਹੜਾ P ਬਣਦਾ ਹੈ, ਕੀ ਬਣਦਾ ਹੈ, ਇਹ BC, ਠੀਕ ਹੈ। ਇੱਥੇ ਸਾਡੇ ਕੋਲ ਸਾਡੀ ਇਸ ਫਿਗਰ ਦੇ ਵਿੱਚ BC ਜਿਹੜਾ ਹੈ ਉਹ ਇੱਕ ਪਰਪੈਂਡੀਕੂਲਰ ਹੈ। ਸੋ ਜਿਹੜੀ ਸਾਈਡ ਲੈਫਟ ਬਚ ਜਾਂਦੀ ਹੈ ਤੁਹਾਡੇ ਕੋਲ ਥਰਡ ਸਾਈਡ, ਉਹ ਸਾਡੇ ਕੋਲ ਕੀ ਹੋਏਗਾ, ਬੇਸ ਹੋਏਗਾ, ਠੀਕ ਹੈ। ਜਿਹੜੀ ਸਾਈਡ ਸਾਡੇ ਕੋਲ ਕੋਣ ਦੇ ਨਾਲ ਪੈਂਦੀ ਲੱਗਦੀ ਹੈ, ਠੀਕ ਹੈ, ਇਹ ਵਾਲੀ ਕੋਣ, ਜਿਸ ਭੁਜਾ 'ਤੇ ਕੋਣ ਸਾਡੇ ਕੋਲ
ਬਣਿਆ ਹੁੰਦਾ ਹੈ ਰਾਈਟ ਐਂਗਲ। ਇੱਥੇ ਲਿਖ ਦਿੰਦੇ ਅਸੀਂ ਰਿਮੇਨ ਸਾਈਡ ਉਹ ਜੋ ਸਾਡੇ ਕੋਲ ਹੁੰਦੀ ਹੈ ਇਜ਼ ਇਕੁਅਲ ਟੂ ਸਾਡਾ ਕੀ ਹੁੰਦਾ ਹੈ ਬੀ, ਜਿਸ ਜੋ ਸਾਡੇ ਕੋਲ ਹੈ ਏ ਬੀ। ਸੋ ਇਸ ਤਰ੍ਹਾਂ ਸਾਡੇ ਕੋਲ ਤਿੰਨੇ ਸਾਈਡਸ ਜਿਹੜੀਆਂ ਉਹ ਪਤਾ ਲੱਗ ਜਾਂਦੀਆਂ ਹਨ। ਹੁਣ ਇਹ ਤਾਂ ਸੀ ਸਾਡੇ ਕੋਲ ਏ ਦੇ ਉੱਪਰ ਐਂਗਲ ਬਣ ਰਿਹਾ ਥੀਟਾ। ਮੰਨ ਲਓ ਕਿ ਸਾਡੇ ਕੋਲ ਟਰਾਇੰਗਲ ਸੇਮ ਹੀ ਹੋਵੇ ਸਾਡੇ ਕੋਲ ਇਸ ਤਰ੍ਹਾਂ ਹੀ ਏ ਬੀ ਸੀ, ਤਾਂ ਇਹ ਹੈ ਸਾਡਾ ਰਾਈਟ ਐਂਗਲ। ਇਸ ਦੇ ਓਪੋਜ਼ਿਟ ਸਾਈਡ ਤਾਂ ਸਾਨੂੰ ਕਲੀਅਰ ਕਿ ਐਚ ਹੋਏਗੀ। ਮੰਨ ਲਓ ਜਿਹੜਾ ਥੀਟਾ ਐਂਗਲ ਹੈ ਸਾਡੇ ਕੋਲ ਸੀ ਤੇ ਆ ਜਾਂਦਾ ਹੈ, ਤਾਂ ਹੁਣ ਥੀਟਾ ਦੇ ਓਪੋਜ਼ਿਟ ਸਾਈਡ ਕਿਹੜੀ ਹੋ ਗਈ ਏ ਬੀ। ਇਹਦਾ ਮਤਲਬ ਹੁਣ ਪੀ ਸਾਡੇ ਕੋਲ ਚੇਂਜ ਹੋ ਜਾਏਗਾ, ਠੀਕ ਹੈ। ਤਾਂ ਇਹ ਸਾਈਡ ਬਚੀ ਸਾਡੇ ਕੋਲ, ਇਹ ਸਾਡਾ ਕੀ ਹੋ ਜਾਏਗਾ ਬੀ ਹੋ ਜਾਏਗਾ, ਜਿਸ ਨੂੰ ਅਸੀਂ ਬੇਸ ਕਹਿ ਦਿੰਦੇ ਹਾਂ। ਸੋ ਇਸ ਤਰ੍ਹਾਂ ਥੀਟਾ ਦੀ ਪੋਜੀਸ਼ਨ ਦੇ ਨਾਲ ਸਾਡੇ ਕੋਲ ਜਿਹੜੀਆਂ ਸਾਈਡਸ ਨੇ ਬੀ ਔਰ ਪੀ ਇਹ ਚੇਂਜ ਹੋ ਜਾਂਦੀਆਂ ਹਨ। ਜੇਕਰ ਤਾਂ ਥੀਟਾ ਦੇ ਸਾਹਮਣੇ ਕੋਈ ਵੀ ਸਾਈਡ ਜਿਹੜੀ ਹੋਗੀ ਸਾਡੇ ਕੋਲ ਉਹ ਸਾਡੇ ਕੋਲ ਬੀ ਜਾਂ ਪੀ ਬਣੇਗੀ, ਤੇ ਜਿਹੜੀ ਸਾਈਡ ਬਚ ਜਾਏਗੀ ਉਹ ਅਸੀਂ ਬੀ ਦੇ ਵਿੱਚ ਲੈ ਲੈਣੀ ਹੈ, ਠੀਕ ਹੈ। ਸੋ ਇਸ ਤਰ੍ਹਾਂ ਥੀਟਾ ਦੇ ਓਪੋਜ਼ਿਟ ਜਿਹੜੀ ਵੀ ਸਾਈਡ ਹੋਏਗੀ ਉਹ ਸਾਡੇ ਕੋਲ ਪੀ ਬਣ ਜਾਏਗੀ, ਅਤੇ ਜਿਹੜੀ ਸਾਈਡ ਬਚ ਜਾਏਗੀ ਉਹ ਸਾਡੇ ਕੋਲ ਸਾਡਾ ਬੇਸ ਜਾਂ ਆਧਾਰ ਆ ਜਾਏਗਾ, ਠੀਕ ਹੈ। ਹੁਣ ਇਸ ਤੋਂ ਬਾਅਦ ਸਾਡੇ ਕੋਲ ਕਨਸੈਪਟ ਆਉਂਦਾ ਹੈ ਸਾਡਾ, ਜਿਸ 'ਚ ਅਸੀਂ ਗੱਲ ਕਰਾਂਗੇ ਆਪਣੀਆਂ ਟ੍ਰਿਗਨੋਮੈਟ੍ਰਿਕ ਰੇਸ਼ੋਜ਼ ਦੀ। ਟ੍ਰਿਗਨੋਮੈਟ੍ਰਿਕ ਰੇਸ਼ੋਜ਼ ਤਿਕੋਣ ਮਿਤਈ ਦੇ ਅਨੁਪਾਤ। ਸੋ ਅਨੁਪਾਤਾਂ ਦੇ ਵਿੱਚ ਸਾਡੇ ਕੋਲ ਇਸ ਦੀਆਂ 6 ਰੇਸ਼ੋਜ਼ ਆਉਂਦੀਆਂ ਹਨ। 6 ਰੇਸ਼ੋਜ਼ ਮਤਲਬ ਕਿ 6 ਅਨੁਪਾਤ ਸਾਡੇ ਕੋਲ ਆਉਂਦੇ ਹਨ, ਜਿਸ ਦੇ ਵਿੱਚ ਪਹਿਲਾ ਹੈ ਸਾਡੇ ਕੋਲ ਸਾਈਨ ਥੀਟਾ, ਫਿਰ ਆਉਂਦਾ ਸਾਡਾ ਕੋਸ ਥੀਟਾ, ਫਿਰ ਆਉਂਦਾ ਹੈ ਸਾਡਾ ਟੈਨ ਥੀਟਾ। ਸੋ ਇਸ ਦੇ ਨਾਲ ਸਾਡੇ ਕੋਲ ਹੁੰਦਾ ਹੈ ਕੋਸਕ ਥੀਟਾ ਜਾਂ ਕੋਸੀਕੈਂਟ ਥੀਟਾ ਬੋਲਦੇ ਇਸ ਨੂੰ ਅਸੀਂ, ਤੇ ਨਾਲ ਸਾਡੇ ਕੋਸ ਹੈ, ਤਾਂ ਇੱਥੇ ਆ ਗਿਆ ਸਾਡਾ ਸੀਕੈਂਟ ਥੀਟਾ, ਸੈਕ ਥੀਟਾ ਬੋਲ ਦਿੰਦੇ ਹਾਂ ਅਸੀਂ। ਸੋ ਟੈਨ ਆ ਗਿਆ ਸਾਡਾ ਇੱਧਰ, ਇਹ ਆ ਗਿਆ ਸਾਡੇ ਕੋਲ ਆ ਜਾਏਗਾ ਕੋਟ ਥੀਟਾ। ਸੋ ਇਸ ਦੇ ਪੂਰੇ ਨਾਮ ਦੀ ਗੱਲ ਕਰੀਏ ਤਾਂ ਸਾਡੇ ਕੋਲ SINE ਸਾਈਨ ਥੀਟਾ ਹੁੰਦਾ ਹੈ, ਇਹ ਹੁੰਦਾ ਸਾਡਾ ਕੋਸ ਥੀਟਾ, ਕੋਸੀਕੈਂਟ ਥੀਟਾ COSEC ਆਏਗਾ, ਟੇਂਜੈਂਟ ਥੀਟਾ, ਕੋਸੀਕੈਂਟ ਥੀਟਾ, ਸੀਕੈਂਟ ਥੀਟਾ ਅਤੇ ਕੋਟੇਂਜੈਂਟ ਥੀਟਾ। ਹੁਣ ਇਹ ਜਿਹੜੀਆਂ ਰੇਸ਼ੋ ਸਾਡੇ ਕੋਲ ਹੁੰਦੀਆਂ ਹਨ, ਜਿਸ ਦੇ ਵਿੱਚ ਸਾਈਨ ਜਿਹੜਾ ਸਾਡੇ ਕੋਲ ਹੁੰਦਾ ਹੈ ਇਹ ਹੁੰਦਾ ਹੈ P/H, ਤੇ ਇਸ ਤਰ੍ਹਾਂ ਜਿਹੜਾ ਸਾਡੇ ਕੋਲ ਕੋਸ ਹੁੰਦਾ ਹੈ ਇਹ ਹੁੰਦਾ ਹੈ B/H, ਤੇ ਜਿਹੜਾ ਟੈਨ ਹੁੰਦਾ ਹੈ ਸਾਡੇ ਕੋਲ ਹੁੰਦਾ ਹੈ P/B। ਸੋ ਜਿਹੜਾ ਸਾਡੇ ਕੋਲ ਕੋਸਕ ਹੁੰਦਾ ਹੈ ਇਹ ਸਾਡੇ ਕੋਲ ਸਾਈਨ ਦਾ ਹੀ ਰੈਸੀਪ੍ਰੋਕਲ ਹੁੰਦਾ ਹੈ, ਮਤਲਬ ਕਿ ਇਸ ਦਾ ਪੁੱਠਾ ਹੋ ਜਾਂਦਾ ਹੈ। ਜੇ P/H ਹੈ ਤਾਂ ਇਹ ਸਾਡੇ ਕੋਲ H/P ਬਣਦਾ ਹੈ। ਕੋਸ ਸਾਡੇ ਕੋਲ ਸੀਕੈਂਟ ਹੈਗਾ, ਇਸ ਦਾ ਪੁੱਠਾ ਹੋ ਜਾਏਗਾ, ਸਾਡੇ ਕੋਲ H/B ਬਣ ਜਾਏਗਾ। ਸੋ ਇਹ ਸਾਡੇ ਕੋਲ ਕੋਟ ਜਿਹੜਾ ਟੈਨ ਦਾ ਆ ਗਿਆ ਸਾਡੇ ਕੋਲ B/P ਬਣ ਜਾਂਦਾ ਹੈ। ਸੋ ਧਿਆਨ ਨਾਲ ਇੱਕ ਗੱਲ ਸਮਝਣੀ ਹੈ ਕਿ ਅਸੀਂ ਇੱਕ ਦੂਸਰੇ ਦੇ ਸਾਹਮਣੇ ਲਿਖ ਕੇ ਚੱਲਨੇ ਹਾਂ। ਸਾਈਨ ਦੇ ਬਿਲਕੁਲ ਸਾਹਮਣੇ ਅਸੀਂ ਲਿਖਿਆ ਹੈ ਕੋਸਕ ਥੀਟਾ, ਇਹ ਦੋਵੇਂ ਹੀ ਇੱਕ ਦੂਸਰੇ ਦੇ ਰੈਸੀਪ੍ਰੋਕਲ ਹੁੰਦੇ ਹਨ। ਜੇਕਰ ਕੋਸਕ ਥੀਟਾ ਸਾਡੇ ਕੋਲ H/P ਹੋਵੇ ਤਾਂ ਸਾਈਨ ਕੀ ਹੋ ਜਾਏਗਾ P/H। ਜੇਕਰ ਕੋਸ B/H ਆ ਇਹ H/B ਹੋਏਗਾ, ਜੇਕਰ ਇਹ H/B ਤੁਹਾਨੂੰ ਦਿੱਤਾ ਹੈ ਤਾਂ ਇਹ B/H ਹੋਏਗਾ। ਸੋ ਇਸ ਤਰ੍ਹਾਂ ਇਹ 6 ਜਿਹੜੇ ਨੇ ਆਪਸ ਵਿੱਚ ਰੇਸ਼ੋਜ਼ ਜਿਹੜੀਆਂ ਕਿ ਇੱਕ ਦੂਸਰੇ ਦੇ ਸਾਹਮਣੇ ਜਿੱਦਾਂ ਲਿਖੀਆਂ ਹਨ ਇੱਕ ਦੂਸਰੇ ਦਾ ਰੈਸੀਪ੍ਰੋਕਲ ਜਿਹੜੀਆਂ ਕਿ ਹੁੰਦੀਆਂ ਹਨ। ਹੁਣ ਅਸੀਂ ਆਪਣੀ ਇਸ ਟਰਾਇੰਗਲ ਦੀ ਗੱਲ ਕਰੀਏ ਤਾਂ ਅਸੀਂ ਸਾਈਨ ਦੀ ਗੱਲ ਕਰੀਏ ਤਾਂ ਸਾਡੇ ਕੋਲ ਇਸ ਦੇ ਵਿੱਚ P ਕਿੰਨਾ ਹੈ BC। ਸੋ ਸਾਡੇ ਕੋਲ ਇੱਥੇ ਆ ਜਾਏਗਾ BC। H ਕਿੰਨਾ ਹੈ ਸਾਡੇ ਕੋਲ AC, ਕਲੀਅਰ। ਇਸ ਤਰ੍ਹਾਂ ਹੀ ਸਾਡੇ ਕੋਲ H ਕਿੰਨਾ ਸੀਗਾ AC, ਅਤੇ B ਕਿੰਨਾ ਹੈ ਸਾਡੇ ਕੋਲ AB ਸਾਡੇ ਕੋਲ B ਹੈ। ਹੁਣ P ਕਿੰਨਾ ਹੈ ਸਾਡੇ ਕੋਲ BC, ਅਤੇ B ਕਿੰਨਾ ਹੈ ਸਾਡੇ ਕੋਲ AB। ਸੋ ਹੁਣ ਇਸ ਦੇ ਲਈ ਸਾਨੂੰ ਇਸ ਨੂੰ ਦੇਖਣ ਦੀ ਲੋੜ ਨਹੀਂ ਹੈ ਟਰਾਇੰਗਲ ਨੂੰ, ਸਿਰਫ ਅਸੀਂ ਇਸ ਨੂੰ ਹੀ ਪੁੱਠਾ ਕਰ ਦੇਣਾ ਹੈ, ਠੀਕ ਹੈ, ਇਸ ਦਾ ਰੈਸੀਪ੍ਰੋਕਲ ਕਰ ਦੇਣਾ ਹੈ। ਸੋ ਇਹ ਸਾਡੇ ਕੋਲ ਆ ਗਿਆ AC/BC, ਇਹ ਆ ਗਿਆ ਸਾਡਾ AC/AB, ਤੇ ਇਹ ਸਾਡਾ ਆ ਗਿਆ AB/BC। ਸੋ ਇਸ ਤਰ੍ਹਾਂ ਸਾਡੇ ਕੋਲ ਬਣਦੇ ਹਨ। ਹੁਣ ਇਹ ਤਾਂ ਅਸੀਂ ਇਹ ਸਿੰਪਲ ਇਹਨਾਂ ਦੀ ਜਿਹੜੀ ਰੇਸ਼ੋ ਸੀ ਅਸੀਂ ਉਹ ਲਿਖ ਲਈ ਹੈ। ਹੁਣ ਇਸ ਤੋਂ ਥੋੜਾ ਜਿਹਾ ਕਨਸੈਪਟ ਅਸੀਂ ਹੋਰ ਅੱਗੇ ਕਰਦੇ ਹਾਂ। ਮੰਨ ਲਓ ਕਿ ਮੈਂ ਲਿਖਦਾ ਹਾਂ ਇੱਥੇ ਕੋਸੀਕੈਂਟ ਥੀਟਾ ਲਿਖਿਆ। ਸੋ ਇਹ ਮੇਰੇ ਕੋਲ ਹੁੰਦਾ ਹੈ 1/sin
ਸਾਈਨ ਥੀਟਾ, ਇਹ ਜੋ ਰੇਸ਼ੋ ਇਸ ਦੀ ਬਣਦੀ ਹੈ। ਕਿਸ ਤਰ੍ਹਾਂ ਬਣਦੀ ਹੈ ਧਿਆਨ ਨਾਲ ਸਮਝਣਾ ਹੈ। 1 ਹੁਣ ਸਾਈਨ ਥੀਟਾ ਦੇਖੋ ਕੀ ਹੁੰਦਾ ਸਾਡੇ ਕੋਲ P/H, ਮੈਂ ਕੀ ਲਿਖਿਆ ਸਾਈਨ ਥੀਟਾ ਦੀ ਜਗ੍ਹਾ ਤੇ ਵੈਲਿਊ ਪੁੱਟ ਕਰਤੀ P/H। ਹੁਣ 1/P/H ਆ ਗਿਆ ਸਾਡੇ ਕੋਲ। ਹੁਣ ਨੀਚੇ ਤਾਂ ਸਾਡੇ ਕੋਲ ਦੇਖੋ ਓਵਰ ਦੇ ਵਿੱਚ ਵੈਲਿਊ ਆ ਗਈ, ਪਰ ਉੱਪਰ ਤਾਂ ਓਵਰ ਦੇ ਵਿੱਚ ਵੈਲਿਊ ਨਹੀਂ ਆਈ। ਤੇ ਸਾਡੇ ਕੋਲ ਕਨਸੈਪਟ ਕੀ ਹੁੰਦਾ ਹੈ ਕਿ 1/1 ਲਗਾ ਲੈਂਦੇ ਅਸੀਂ, P/H ਕਰਤਾ, ਠੀਕ ਹੈ ਜੀ। ਉੱਪਰ ਵਟਾ ਨਹੀਂ ਸੀ ਜਾਂ ਉੱਪਰ ਓਵਰ ਵਾਲੀ ਸੰਖਿਆ ਨਹੀਂ ਸੀ, ਵੈਲਿਊ ਨਹੀਂ ਸੀ, ਅਸੀਂ ਉਸ ਨੂੰ ਬਣਾ ਲਿਆ ਤੇ ਨੀਚੇ P/H ਹੈ ਸਾਡੇ ਕੋਲ। ਹੁਣ ਸਾਡੇ ਕੋਲ ਬਣੇਗਾ ਕਿ 1/1 ਮਲਟੀਪਲਾਈ, ਇਹ ਜਿਹੜੀ ਨੀਚੇ ਸਾਡੇ ਕੋਲ ਡਿਨੋਮੀਨੇਟਰ ਪਿਆ ਹੈ, ਸਾਡਾ ਹਰ ਪਿਆ ਹੈ, ਉਹ ਉਲਟ ਜਾਏਗਾ, ਠੀਕ ਹੈ। H ਜਿਹੜਾ ਹੈ ਸਾਡੇ ਕੋਲ ਉੱਪਰ ਚਲਾ ਗਿਆ ਤੇ P ਨੀਚੇ ਆ ਗਿਆ। ਸੋ H ਨੂੰ 1 ਨਾਲ ਮਲਟੀਪਲਾਈ ਕਰੋਗੇ H ਆ ਗਿਆ, P ਨੂੰ 1 ਨਾਲ ਕਰੋਗੇ ਸਾਡੇ ਕੋਲ P ਆ ਗਿਆ। ਸੋ ਦੇਖੋ ਧਿਆਨ ਨਾਲ ਕਿ ਸਾਡੇ ਕੋਲ ਕੋਸਕ ਕੀ ਆ ਗਿਆ, H/P ਸੀ ਨਾ, ਸਾਡੇ ਕੋਲ ਕੀ ਬਣ ਗਿਆ H/P। ਸੋ ਦੇਅਰਫੋਰ ਕੋਸੀਕੈਂਟ ਥੀਟਾ ਜਿਹੜਾ 1/sin ਥੀਟਾ ਹੁੰਦਾ ਹੈ। ਤਾਂ ਇਸ ਤਰ੍ਹਾਂ ਹੀ ਜੇਕਰ ਅਸੀਂ ਸਾਈਨ ਥੀਟਾ ਲਿਖੀਏ ਤਾਂ ਸਾਈਨ ਥੀਟਾ ਸਾਡੇ ਕੋਲ ਆਏਗਾ 1/ਕੋਸੀਕੈਂਟ ਥੀਟਾ। ਸੋ ਇਹ ਹੋ ਗਿਆ ਇੱਕ, ਤਾਂ ਸਾਡੇ ਕੋਲ ਇਹਨਾਂ ਦੋਵਾਂ ਦੀ ਰੇਸ਼ੋ ਦਾ ਸਾਨੂੰ ਰਿਲੇਸ਼ਨ ਜਿਹੜਾ ਸੀ ਉਹ ਪਤਾ ਲੱਗ ਗਿਆ। ਦੂਸਰਾ ਅਸੀਂ ਗੱਲ ਕਰਦੇ ਹਾਂ ਆਪਣੇ ਕੌਸ ਦੀ ਜਾਂ ਸੀਕੈਂਟ ਦੀ। ਸੀਕੈਂਟ ਦੀ ਗੱਲ ਕਰੀਏ ਤਾਂ ਇਹ ਸਾਡੇ ਕੋਲ ਹੋਏਗਾ 1/cos। ਸੋ ਕੌਸ ਦੀ ਵੈਲਿਊ ਪੁੱਟ ਕਰੋ, ਇਹ ਆ ਗਿਆ ਸਾਡੇ ਕੋਲ B/H। ਹੁਣ ਹੋਣਾ ਕੀ ਹੈ, H ਜਿਹੜਾ ਸਾਡੇ ਕੋਲ ਉੱਪਰ ਚਲ ਜਾਏਗਾ, H/ ਕੀ ਬਣ ਜਾਏਗਾ B। ਸੋ H/B ਕੀ ਹੁੰਦਾ ਸੀਕੈਂਟ। ਸੋ ਦੇਅਰਫੋਰ ਸਾਡੇ ਕੋਲ ਕੀ ਬਣ ਜਾਏਗਾ ਇਸ ਤਰ੍ਹਾਂ, ਜਿਹੜਾ ਕੌਸ ਹੈ ਸਾਡੇ ਕੋਲ ਇਹ ਆ ਜਾਏਗਾ 1/ਸੀਕੈਂਟ ਥੀਟਾ। ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦੋਵੇਂ ਹੀ ਜਿਹੜੇ ਕਿ ਇੱਕ ਦੂਸਰੇ ਦੇ ਰੈਸੀਪ੍ਰੋਕਲ ਜਿਹੜੇ ਹੋ ਕੇ ਚੱਲਦੇ ਹਨ। ਸੋ ਹੁਣ ਆਉਂਦਾ ਸਾਡੇ ਕੋਲ ਟੈਨ ਤੇ ਕੌਟ। ਸੋ ਕੌਟ ਦੀ ਗੱਲ ਕਰੋ, ਕੌਟ ਇਸ ਤਰ੍ਹਾਂ ਹੀ ਸਾਡੇ ਕੋਲ ਕੀ ਹੋਏਗਾ ਟੈਨ ਥੀਟਾ। ਸੋ ਉੱਪਰ ਕੀ ਆਏਗਾ ਸਾਡੇ ਕੋਲ 1/tan ਥੀਟਾ। ਸੋ ਟੈਨ ਥੀਟਾ ਕੀ ਹੁੰਦਾ ਸਾਡੇ ਕੋਲ P/B। ਸੋ ਇਸ ਨੂੰ ਅਸੀਂ ਜਦੋਂ ਰੈਸੀਪ੍ਰੋਕਲ ਕੀਤਾ ਸਾਡੇ ਕੋਲ ਆ ਗਿਆ B/P। ਸੋ B/P ਕੀ ਹੋਇਆ ਕੌਟ ਥੀਟਾ। ਸੋ ਇਸ ਲਈ ਇਸ ਤੋਂ ਵੀ ਅਸੀਂ ਰਿਜ਼ਲਟ ਤੇ ਕੀ ਪਹੁੰਚਦੇ ਹਾਂ ਕਿ ਦੋਵੇਂ ਹੀ ਇੱਕ ਦੂਸਰੇ ਦੇ ਜਿਹੜੇ ਕਿ ਰੈਸੀਪ੍ਰੋਕਲ ਹਨ। ਸੋ ਦੇਅਰਫੋਰ ਇੱਥੇ ਟੈਨ ਥੀਟਾ ਸਾਡੇ ਕੋਲ ਕੀ ਆ ਜਾਏਗਾ 1/cot ਥੀਟਾ। ਸੋ ਇਹ ਸੀ ਇਹ ਸਾਡੀਆਂ 6 ਰੇਸ਼ੋ ਦੇ ਵਿੱਚ ਜਿਹੜਾ ਆਪਸੀ ਸੰਬੰਧ ਸੀਗਾ ਜਾਂ ਰਿਲੇਸ਼ਨ ਸੀ ਜਿਹੜਾ ਸਾਡੇ ਕੋਲ ਇਹ ਜੋ ਆਉਂਦਾ ਹੈ। ਹੁਣ ਅਸੀਂ ਇਹ ਮੰਨਦੇ ਹਾਂ ਕਿ ਮੰਨ ਲਓ ਸਾਨੂੰ ਇਹ ਰੇਸ਼ੋ ਨਹੀਂ ਪਤਾ ਤੇ ਨਾ ਹੀ ਸਾਡੇ ਕੋਲ ਜੋ ਟਰਾਇੰਗਲ ਹੈ ਗਿਵਨ ਸਾਨੂੰ ਉਸ ਦੇ ਬਾਰੇ ਵੀ ਨਹੀਂ ਪਤਾ ਹੈ, ਠੀਕ ਆ, ਸਾਨੂੰ ਉਸ ਦੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ ਤੇ ਸਾਨੂੰ ਇਹ ਰੇਸ਼ੋ ਜਿਹੜੀ ਵੀ ਭੁੱਲ ਗਈ ਹੈ। ਤਾਂ ਇੱਕ ਬੇਸਿਕ ਜਿਹੜੀ ਬਹੁਤ ਪੁਰਾਣੀ ਇੱਕ ਜਿਹੜੀ ਕਿ ਟ੍ਰਿਕ ਚੱਲਦੀ ਆ ਰਹੀ ਹੈ ਜਿਸ ਨੂੰ ਕੁਝ ਬੱਚੇ ਜਾਣਦੇ ਵੀ ਹੋਣਗੇ ਅਤੇ ਹੋ ਸਕਦਾ ਜੇ ਕੋਈ ਨਹੀਂ ਜਾਣਦਾ ਤਾਂ ਉਸ ਨੂੰ ਉਹ ਸਿੱਖ ਲੈਣਾ ਹੈ, ਠੀਕ ਹੈ। ਅਸੀਂ ਲਿਖਦੇ ਹਾਂ P/B ਹੁਣ ਦੇਖੋ ਧਿਆਨ ਦੇ ਨਾਲ ਕੀ ਬਣਦਾ ਸਾਡੇ ਕੋਲ P, ਇਸ ਨੂੰ ਅਸੀਂ ਲਿਖਦੇ ਹਾਂ ਪੰਡਿਤ, ਇਸ ਨੂੰ ਅਸੀਂ ਲਿਖਿਆ ਬਦਰੀ, ਇਸ ਨੂੰ ਅਸੀਂ ਲਿਖਿਆ ਪ੍ਰਸ਼ਾਦ। ਸੋ ਇੱਥੇ ਅਸੀਂ ਲਿਖਿਆ ਹਰ ਜਾਂ ਹਰੀ, ਇੱਥੇ ਅਸੀਂ ਲਿਖਦੇ ਹਾਂ ਬੋਲੇ। ਹੁਣ ਤੁਹਾਡੇ ਕੋਲ ਬਣ ਗਿਆ ਪੰਡਿਤ ਬਦਰੀ ਪ੍ਰਸ਼ਾਦ ਹਰੀ ਬੋਲੇ। ਹੁਣ ਕਰਨਾ ਕੀ ਹੈ, ਤੁਸੀਂ ਪੰਡਿਤ ਬਦਰੀ ਪ੍ਰਸ਼ਾਦ ਲਿਖਣਾ ਹੈ, PBP ਲਿਖਿਆ ਐਂਡ HHB ਹਰ ਬੋਲੇ। ਸੋ ਇਹਨਾਂ ਸਾਰਿਆਂ ਦੇ ਨੀਚੇ ਤੁਸੀਂ ਓਵਰ ਦਾ ਸਾਈਨ ਪਾ ਦੇਣਾ ਹੈ। ਕਲੀਅਰ। ਹੁਣ 3 ਰੇਸ਼ੋ ਤੁਸੀਂ ਜ਼ਰੂਰ ਯਾਦ ਰੱਖਣੀਆਂ ਹਨ, ਸਾਈਨ ਕਾਸ ਤੇ ਟੈਨ। ਹੁਣ ਇਹਨਾਂ ਜਦੋਂ ਸਾਡੇ ਕੋਲ ਪਹਿਲੀ ਜਿਹੜੀ ਇਹ ਸੈੱਟ ਬਣੇਗਾ ਇਹ ਸਾਡੇ ਕੋਲ ਕਿਹਦੇ ਬਰਾਬਰ ਹੋਏਗਾ, ਸਾਡਾ ਸਾਈਨ ਥੀਟਾ ਦੇ। ਸੋ ਜਿਹੜਾ ਸਾਡੇ ਕੋਲ ਦੂਸਰੇ ਵਾਲਾ ਸੈੱਟ ਬਣ ਰਿਹਾ ਹੈ ਇਹ ਸਾਡੇ ਕੋਲ ਕਿਹੜਾ ਬਣ ਜਾਏਗਾ, ਸਾਡਾ ਕਾਸ ਥੀਟਾ ਦਾ। ਸੋ ਜਿਹੜਾ ਤੀਸਰਾ ਬਣ ਰਿਹਾ ਸਾਡਾ ਇਹ ਸਾਡਾ ਹੋਵੇਗਾ ਟੈਨ ਥੀਟਾ ਦਾ। ਸੋ ਦੂਸਰਾ ਜਿਹੜੇ ਅਗਰ ਇਹਨਾਂ ਨੂੰ ਪਤਾ ਕਰਨਾ ਹੈ ਅਸੀਂ ਤਾਂ ਇਹਨਾਂ ਦੇ ਰੈਸੀਪ੍ਰੋਕਲ ਹੁੰਦੇ ਨੇ, ਇਹਨਾਂ ਨੂੰ ਅਸੀਂ ਪੁੱਠੇ ਕਰ ਦਾਂਗੇ ਤਾਂ ਸਾਡੇ ਕੋਲ ਸੀਕੈਂਟ ਐਂਡ ਕੋਟੈਂਜੈਂਟ ਜਿਹੜੇ ਬਣ ਜਾਣਗੇ। ਹੁਣ ਇਸ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਅਸੀਂ ਕਨਸੈਪਟ ਦੇ ਡੂੰਘਾਈ ਦੇ ਵਿੱਚ ਜਾਈਏ। ਟੈਨ ਦੀ ਗੱਲ ਕਰੋ, ਦੇਖੋ ਟੈਨ ਥੀਟਾ ਅਸੀਂ ਲਿਖ ਦਿੰਦੇ ਹਾਂ ਸਾਈਨ ਥੀਟਾ ਓਵਰ ਕਾਸ ਥੀਟਾ। ਹੁਣ ਜਦੋਂ ਸਾਈਨ ਥੀਟਾ ਓਵਰ ਕਾਸ ਥੀਟਾ ਲਿਖਿਆ ਮਤਲਬ ਕਿ ਇਸ ਦੀ ਵੈਲਿਊ ਬਰਾਬਰ ਹੁੰਦੀ ਸਾਡੇ ਕੋਲ, ਦੋਵੇਂ ਆਪਸ ਵਿੱਚ ਇਕੁਅਲ ਹੁੰਦੇ ਹਨ। ਸੋ ਟੈਨ ਦੇਖੋ ਕੀ ਹੁੰਦਾ ਹੈ, ਟੈਨ ਸਾਡੇ ਕੋਲ ਹੁੰਦਾ P/B। ਹੁਣ ਅਸੀਂ ਇਸ ਨੂੰ ਤਾਂ ਬਰਾਬਰ ਲਿਖਤਾ ਸਾਈਨ ਥੀਟਾ ਓਵਰ ਕਾਸ ਥੀਟਾ ਦੇ। ਹੁਣ ਅਸੀਂ ਚੈੱਕ ਕਰਨਾ ਹੈ ਕਿ ਇਹ ਦੋਵਾਂ ਦੀ ਰੇਸ਼ੋ P/B ਬਣਦੀ ਹੈ ਜਾਂ ਕਿ ਨਹੀਂ ਬਣਦੀ। ਸੋ ਸਾਈਨ ਦੀ ਦੇਖੋ ਰੇਸ਼ੋ ਕੀ ਆਏਗੀ ਸਾਡੇ ਕੋਲ P/H, ਕਾਸ ਦੀ ਕੀ ਆ ਗਈ ਸਾਡੇ ਕੋਲ B/H। ਹੁਣ ਸਾਡੇ ਕੋਲ ਇੱਕ ਵੱਡਾ ਜਿਹੜਾ ਓਵਰ ਦਾ ਸਾਈਨ ਹੈ ਤੇ ਉੱਪਰ ਵੀ ਓਵਰ ਵਾਲੀ ਸੰਖਿਆ ਨੀਚੇ ਵੀ ਓਵਰ 'ਚ ਹੈ ਸਾਡੇ ਕੋਲ।
ਰੇਸ਼ੋ ਆ ਰਹੀ ਹੈ। ਸੋ ਰੇਸ਼ੋ ਦੇ ਨੀਚੇ ਨੀਚੇ ਦੋਵਾਂ ਨਾਲ ਸਾਡੇ ਕੋਲ ਐਚ ਪਿਆ ਹੈ। ਸੋ ਜਦੋਂ ਸਾਡੇ ਕੋਲ ਇਸ ਤਰ੍ਹਾਂ ਐਚ ਪਿਆ ਹੋਵੇ, ਸੋ ਇਹ ਸਾਡੇ ਕੋਲ ਇੱਕ ਓਵਰ ਵਾਲਾ ਹੀ ਸਾਈਨ ਹੈ, ਠੀਕ ਹੈ। ਸੋ ਜਦੋਂ ਨੀਚੇ ਸਾਡੇ ਕੋਲ ਸੇਮ ਫੈਕਟਰ ਪਿਆ ਹੈ ਤਾਂ ਉਹ ਆਪਸ ਵਿੱਚ ਕੈਂਸਲ ਹੋ ਜਾਏਗਾ। ਜਾਂ ਧਿਆਨ ਨਾਲ ਸਮਝੋ, ਮੈਂ ਇੱਥੇ ਲਿਖਦਾ ਹਾਂ ਪੀ ਓਵਰ ਐਚ, ਫਿਰ ਮੈਂ ਲਿਖਦਾ ਹਾਂ ਬੀ ਓਵਰ ਐਚ। ਹੁਣ ਦੇਖੋ ਮੇਰੇ ਕੋਲ ਐਚ ਤੇ ਐਚ ਦੋਵੇਂ ਹੀ ਹਾਰ ਦੇ ਵਿੱਚ ਪਏ ਹਨ, ਡਿਨੋਮੀਨੇਟਰ 'ਚ ਪਏ ਹਨ। ਸੋ ਇਹ ਦੋਵੇਂ ਐਚ ਜਿਹੜੇ ਨੇ ਕੈਂਸਲ ਹੋ ਜਾਣਗੇ। ਸੋ ਜੇਕਰ ਕੋਈ ਦੋ ਫੈਕਟਰ ਸਾਡੇ ਕੋਲ ਆਪਸ ਵਿੱਚ ਸੇਮ ਪਏ ਹਨ, ਜਾਂ ਨੋਮੀਨੇਟਰ 'ਚ ਪਏ ਹਨ ਜਾਂ ਡਿਨੋਮੀਨੇਟਰ 'ਚ ਪਏ ਹਨ, ਤਾਂ ਦੋਵੇਂ ਆਪਸ ਦੇ ਵਿੱਚ ਕੈਂਸਲ ਹੋ ਜਾਂਦੇ ਹਨ, ਠੀਕ ਹੈ। ਤਾਂ ਇੱਕ ਕੰਡੀਸ਼ਨ ਯਾਦ ਰੱਖਣੀ ਹੈ ਕਿ ਸਾਡੇ ਕੋਲ ਦੋ ਵਾਰੀ ਜਿਹੜਾ ਕਿ ਓਵਰ ਵੀ ਉੱਪਰ ਵੀ ਸਾਡੇ ਕੋਲ ਰੇਸ਼ੋ ਦਿੱਤੀ ਹੋਵੇ ਅਤੇ ਨੀਚੇ ਵੀ ਰੇਸ਼ੋ ਦਿੱਤੀ ਗਈ ਹੋਵੇ। ਹੁਣ ਇਹ ਦੇਖੋ ਸਾਡੇ ਕੋਲ ਕੀ ਬਣ ਗਿਆ, ਪੀ ਓਵਰ ਬੀ। ਸੋ ਇਹ ਦੇਖੋ ਸਾਡੇ ਕੋਲ ਦੋਵੇਂ ਹੀ ਰੇਸ਼ੋ ਜਿਹੜੀਆਂ ਉਹ ਆਪਸ ਵਿੱਚ ਕੀ ਹੋ ਗਈਆਂ, ਬਰਾਬਰ ਜਿਹੜੀਆਂ ਕਿ ਉਹ ਹੋ ਜਾਂਦੀਆਂ ਹਨ। ਹੁਣ ਇੱਕ ਹੋਰ ਕੰਸੈਪਟ ਦੇਖੋ, ਅੱਗੇ ਤੋਂ ਅੱਗੇ ਕੰਸੈਪਟ ਜਿਹੜੇ ਸਾਡੇ ਕੋਲ ਖੁਦ ਹੀ ਨਿਕਲ ਕੇ ਜਿਹੜੇ ਕਿ ਆ ਰਹੇ ਹਨ। ਹੁਣ ਟੈਨ ਦੇਖੋ ਕਿਹਦਾ ਰੈਸੀਪ੍ਰੋਕਲ ਹੁੰਦਾ ਹੈ, ਟੈਨ ਹੁੰਦਾ ਹੈ ਕਾਟ ਦਾ। ਹੁਣ ਅਸੀਂ ਕਾਟ ਦੀ ਗੱਲ ਕਰੀਏ, ਇੱਥੇ ਸਾਡੇ ਕੋਲ ਆ ਗਿਆ ਕਾਟ ਥੀਟਾ, ਠੀਕ ਹੈ। ਹੁਣ ਇਹ ਜੇਕਰ ਟੈਨ ਦਾ ਰੈਸੀਪ੍ਰੋਕਲ ਹੈ ਤਾਂ ਜਿਹੜੀ ਟੈਨ ਦੀ ਰੇਸ਼ੋ ਹੈ ਉਸ ਦਾ ਵੀ ਰੈਸੀਪ੍ਰੋਕਲ ਹੋ ਜਾਏਗਾ, ਠੀਕ ਹੈ। ਹੁਣ ਸਾਡੇ ਕੋਲ ਇਹ ਬਣ ਗਿਆ cos ਥੀਟਾ ਓਵਰ ਸਾਈਨ ਥੀਟਾ। ਹੁਣ cos ਥੀਟਾ ਦੀ ਰੇਸ਼ੋ ਜੇਕਰ ਅਸੀਂ ਗੱਲ ਕਰੀਏ ਤਾਂ ਕੀ ਹੁੰਦੀ ਹੈ ਸਾਡੇ ਕੋਲ, b/h, ਅਤੇ ਸਾਈਨ ਥੀਟਾ ਦੀ ਗੱਲ ਕਰੀਏ p/h। ਸੋ h ਨਾਲ h ਕੈਂਸਲ ਹੋ ਗਿਆ, ਸਾਡੇ ਕੋਲ ਕੀ ਬਚ ਗਿਆ b/p। ਸੋ cos ਨੂੰ cot ਚੈੱਕ ਕਰੋ, ਸਾਡੇ ਕੋਲ ਕੀ ਹੈ b/p। ਸਾਡੇ ਕੋਲ ਇਹ ਰੇਸ਼ੋ ਬਣ ਗਈ। ਸੋ ਇਸ ਤਰ੍ਹਾਂ ਹੁਣ ਸਾਡੇ ਕੋਲ ਕਿਹੜੇ ਕਿਹੜੇ ਕੰਸੈਪਟ ਆਏ ਹਨ। ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਇਸ ਦੇ ਬਾਰੇ ਜਾਣ ਲਿਆ, ਫਿਰ ਅਸੀਂ ਟਰਾਇੰਗਲ ਲਈ ਸੀ, ਅਸੀਂ PBH ਦੇ ਬਾਰੇ ਜਾਣਿਆ। ਉਸ ਤੋਂ ਬਾਅਦ ਅਸੀਂ ਇਹ ਜੋ ਲਿਖਿਆ ਹੈ, ਫਿਰ ਅਸੀਂ ਟ੍ਰਿਗਨੋਮੈਟਰੀ ਰੇਸ਼ੋਜ਼ ਲਈਆਂ, ਜਿਸ ਵਿੱਚ ਸਾਡੇ ਕੋਲ 6 ਰੇਸ਼ੋਜ਼ ਸੀਗੀਆਂ। ਫਸਟ ਸਾਈਨ, ਸੈਕਿੰਡ ਕਾਜ਼, ਥਰਡ ਟੈਨ, ਫੋਰਥ ਸੀ ਸਾਡੀ ਕੋਸੀਕੈਂਟ, ਫਿਫਥ ਸੀ ਸਾਡੀ ਸੀਕੈਂਟ ਅਤੇ ਸਿਕਸਥ ਸੀ ਸਾਡੀ ਕੋਟੇਂਜੈਂਟ। ਫਿਰ ਅਸੀਂ ਇਹਨਾਂ 1 4 2 5 ਅਤੇ 3 6 ਦੇ ਵਿੱਚ ਜੋ ਰਿਲੇਸ਼ਨ ਸੀ ਅਸੀਂ ਉਸ ਦੇ ਬਾਰੇ ਜਾਣਿਆ ਹੈ, ਸੰਬੰਧ ਵੇਖਿਆ ਕੀ ਹੈ। ਫਿਰ ਅਸੀਂ ਇੱਕ ਛੋਟੀ ਜਿਹੀ ਜਿਹੜੀ ਸੀ ਟ੍ਰਿਕ ਸੀ ਅਸੀਂ ਉਸ ਦੇ ਬਾਰੇ ਜਾਣਿਆ ਹੈ। ਫਿਰ ਅਸੀਂ ਟੈਨ ਅਤੇ ਕਾਟ ਦਾ ਸਾਈਨ ਤੇ ਕਾਜ਼ ਨਾਲ ਕੀ ਰਿਲੇਸ਼ਨ ਹੈ ਅਸੀਂ ਉਸ ਦੇ ਬਾਰੇ ਜਾਣਿਆ ਹੈ। ਸੋ ਇਹ ਸੀ ਸਾਡੀ ਇੰਟਰੋਡਕਸ਼ਨ ਦੀ ਜਿਹੜੀ ਕਿ ਟ੍ਰਿਗਨੋਮੈਟਰੀ ਦੀ ਫਸਟ ਕਲਾਸ। ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇੰਟਰੋਡਕਸ਼ਨ ਹੈ ਤੁਹਾਨੂੰ ਇੱਥੋਂ ਤੱਕ ਦੀ ਜਿਹੜੀ ਸਾਡੀ ਹੈ ਪਾਰਟ ਫਸਟ ਦੀ ਕਲੀਅਰ ਹੋ ਗਈ ਹੋਵੇਗੀ। ਸੋ ਜੇਕਰ ਵਧੀਆ ਲੱਗਿਆ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਜ਼ਰੂਰ ਨਾ ਭੁੱਲਣਾ। ਸੋ ਜੇਕਰ ਵਧੀਆ ਲੱਗਾ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ, ਦੂਸਰੇ ਬੱਚਿਆਂ ਤੱਕ ਸ਼ੇਅਰ ਜ਼ਰੂਰ ਕਰਨਾ ਹੈ ਤਾਂ ਜੋ ਅਸੀਂ ਦੂਸਰੇ ਬੱਚਿਆਂ ਤੱਕ ਵੀ ਇਸ ਕਲਾਸਿਸ ਨੂੰ ਜਿਹੜਾ ਕਿ ਪਹੁੰਚਾ ਸਕੀਏ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਵਿੱਚ ਨੈਕਸਟ ਕੁਐਸਚਨ ਦੇ ਨਾਲ। ਸੋ ਸਭ ਤੋਂ ਪਹਿਲਾਂ ਇਹ ਜ਼ਰੂਰ ਕਰ ਲੈਣਾ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾ ਕੇ ਚੱਲਣਾ ਹੈ।